ਨਾਨਕ ਦੇ ਕਰ ਹੱਥ। ਬਿਲਾਵਲ ਮਹੱਲਾ ਪੰਜਵਾ। ਆਹਾਂ ਬੁੱਧ ਪ੍ਰਵਾਦ ਨੀਤ ਲੋਭ ਰਸਨਾ ਸਾਧ। ਆਹਾਂ ਬੁੱਧ ਪ੍ਰਵਾਦ ਨੀਤ ਲੋਭ ਰਸਨਾ ਸਾਧ। ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਬਿਖਿਆਦ। ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ। ਰਾਜ ਮਿਲਖ ਤਨ ਜੋਬਨਾ ਨਾਮੈ ਬਿਨ ਬਾਦ। ਰਾਜ ਜੋਬਨ ਮਿਲਖ ਧਨਾ ਨਾਮੈ ਬਿਨ ਬਾਦ। ਰਹਾਉ ਰੂਪ ਧੂਪ ਸੁਗੰਧਤਾ ਰੂਪ ਧੂਪ ਸੁਗੰਧਤਾ ਕਾਪਰ ਪੁਗਾਦ। ਮਿਲਕ ਸੰਗ ਪਾਪਸਟ ਤਨ ਹੋਏ ਦੁਰਗਾਦ। ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਨ ਦੇਹਾਦ। ਇਹ ਅਵਸਰ ਤੇ ਚੁਕਿਆ ਬਹੁ ਜੋਨ ਪਰਮਾਦ। ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ। ਸੂਖ ਸਹਿਜ ਆਨੰਦ ਨਾਨਕ ਸੂਖ ਸਹਿਜ ਨਾਨਕ ਆਨੰਦ ਤਾਂ ਕਿਹ ਪੂਰਨ ਨਾਦ। ਸੂਖ ਸਹਿਜ ਨਾਨਕ ਆਨੰਦ ਤਾਂ ਕੈ ਪੂਰਨ ਨਾਦ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰਿਓ, ਆਪ ਸਾਰੇ ਧੰਨਤਾ ਦੇ ਯੋਗ ਹੋ। ਆਓ ਗੁਰਬਾਣੀ ਵਿਚਾਰ ਆਰੰਭ ਕਰੀਏ। ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਜੋ ਆਪਾਂ ਬਿਲਾਵਲ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਰਾਹੀਂ ਉਚਾਰਨ ਕੀਤਾ ਹੋਇਆ ਪੜ੍ਹਿਆ ਹੈ। ਸ਼ਬਦ ਦੇ ਬੋਲ ਨੇ ਜੋ ਰਹਾਉ ਵਾਲਾ ਬੰਦ ਹੈ, ਰਹਾਉ ਵਾਲੀ ਤੁਕ ਹੈ। ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ। ਰਾਜ ਮਿਲਖ ਧਨ ਜੋਬਨਾ ਨਾਮੈ ਬਿਨ ਬਾਦ। ਹੁਣ ਗੁਰੂ ਸਾਹਿਬ ਜੀ ਜ਼ਿਕਰ ਕੀ ਕਰਦੇ ਨੇ, ਕਹਿੰਦੇ ਹੇ ਭਾਈ, ਐ ਮਨੁੱਖ, ਮੈਂ ਆਪਣੀਆਂ ਆ ਅੱਖਾਂ ਦੇ ਨਾਲ ਨਾ ਕੁਝ ਵੇਖਿਆ, ਤੇ ਜੇ ਕੋਈ ਆਪਾਂ ਸਵਾਲ ਕਰੀਏ ਸੱਚੇ ਪਾਤਸ਼ਾਹ ਇਹਨਾਂ ਅੱਖਾਂ ਦੇ ਨਾਲ ਕੁਝ ਕੀ ਵੇਖਿਆ ਸਾਨੂੰ ਦੱਸੋ, ਤੇ ਨਹੀਂ ਤਾਂ ਸਾਨੂੰ ਸ਼ੱਕ ਰਹੂ। ਸ਼ੱਕ ਹੀ ਰਹੂ ਨਾ।
ਵੀ ਇਹਨਾਂ ਅੱਖਾਂ ਨਾਲ ਤਾਂ ਸਭ ਹੀ ਦੇਖਦੇ ਆ ਤੇ ਸਭ ਕੁਝ ਹੀ ਵੇਖਿਆ ਜਾ ਸਕਦਾ। ਸਭ ਹੀ ਵੇਖਦੇ ਨੇ ਤੇ ਸਭ ਕੁਝ ਵੇਖਿਆ ਜਾ ਸਕਦਾ ਹੈ। ਸਾਨੂੰ ਇਸ ਗੱਲ ਦੀ ਹੈਰਾਨੀ ਹੋਵੇਗੀ ਵੀ ਤੁਸੀਂ ਕੀ ਦੇਖਿਆ ਜੋ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ, ਉਹ ਸਾਨੂੰ ਦੱਸੋ। ਇਹ ਤੁਹਾਨੂੰ ਦੱਸਣਾ ਹੀ ਪੈਣਾ ਗਾ। ਦੱਸੋਗੇ ਨਹੀਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਵੀ ਮੁਸ਼ਕਲ ਆ। ਕਰੋ ਕਿਰਪਾ। ਹੁਣ ਇਹ ਜਗਿਆਸੂਆਂ ਨੇ ਬੇਨਤੀ ਕੀਤੀ ਅਤੇ ਪੰਚਮ ਪਾਤਸ਼ਾਹ ਨੇ ਇਸ ਬੇਨਤੀ ਨੂੰ ਕਬੂਲ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਕੀ ਵੇਖਿਆਗਾ, ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਮੈਂ ਅੱਖਾਂ ਦੇ ਨਾਲ ਆਹ ਕੁਛ ਵੇਖਿਆ। ਜਗਤ ਦੇ ਪਦਾਰਥਾਂ ਦੀ ਇਹੋ ਜਿਹੀ ਹਾਲਤ ਆ, ਕਿਹੋ ਜਿਹੀ ਰਾਜ ਮੈਂ ਆਪਣੀਆਂ ਅੱਖਾਂ ਦੇ ਨਾਲ ਰਾਜੇ ਵੀ ਵੇਖੇ ਨੇ, ਪਰ ਜਿਹੜੇ ਉਹਨਾਂ ਦੇ ਹਾਲਾਤ ਨੇ ਨਾ ਉਹ ਬੜੇ ਮਾੜੇ ਨੇ। ਰਾਜ ਫਿਰ ਜ਼ਿਕਰ ਕੀਤਾ ਮਿਲਖ, ਤੇ ਪਾਤਸ਼ਾਹ ਜੀ ਨੇ ਜਦੋਂ ਮਿਲਖ ਦਾ ਜ਼ਿਕਰ ਕੀਤਾ ਨਾ ਵੀ ਰਾਜ ਤੋਂ ਬਾਅਦ ਮਿਲਖ ਕਿਹਾਗਾ, ਤੇ ਮਿਲਖ ਦਾ ਅਰਥ ਕੀ ਬਣ ਗਿਆ? ਦੁਨੀਆ ਦੀਆਂ ਪਾਤਸ਼ਾਹੀਆਂ। ਇੱਕ ਤਾਂ ਗੁਰੂ ਵੱਲੋਂ ਬਖਸ਼ਿਸ਼ਾਂ, ਇੱਕ ਦੁਨੀਆ ਦੀਆਂ, ਦੋਨਾਂ ਦੇ ਵਿੱਚ ਅੰਤਰ ਆ। ਛੋਟਾ ਨਹੀਂ, ਬਹੁਤ ਵੱਡਾ। ਰਾਜ ਰਾਜੀ ਵੇਖਿਆ, ਮਿਲਖ ਪਾਤਸ਼ਾਹੀਆਂ, ਤੇ ਅਗਲੀ ਗੱਲ ਕਿਹੜੀ ਆ? ਧਨ। ਧਨ ਵੀ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆਗਾ। ਹੁਣ ਜਦੋਂ ਗੱਲ ਧਨ ਦੀ ਕੀਤੀ ਹੈ ਤੇ ਅਸੀਂ ਵੀ ਕਹਾਂਗੇ ਤੁਸੀਂ ਇਕੱਲਿਆਂ ਨੇ ਨਹੀਂ, ਅਸੀਂ ਵੀ ਵੇਖਿਆ। ਜੋ ਕੁਝ ਤੁਸੀਂ ਦੱਸ ਰਹੇ ਹੋ ਅਸੀਂ ਵੀ ਵੇਖਿਆਗਾ। ਪਰ ਸਤਿਗੁਰੂ ਪਾਤਸ਼ਾਹ ਜੀ ਮੁੜ ਜਵਾਬ ਕੀ ਦਿੰਦੇ ਨੇ? ਕਹਿੰਦੇ ਵੇਖਿਆ ਬੇਸ਼ੱਕ ਤੂੰ ਵੀ ਆ, ਪਰ ਤੇਰੇ ਵੇਖਣ ਵਿੱਚ ਤੇ ਮੇਰੇ ਵੇਖਣ ਵਿੱਚ ਅੰਤਰ ਆ, ਫਰਕ ਆ। ਆਪਸ ਵਿੱਚ ਆਪਣੇ ਦੋਵਾਂ ਦੇ ਦੇਖਣ ਵਿੱਚ ਨਾ ਅੰਤਰ ਆ, ਫਰਕ ਆ। ਉਹ ਫਰਕ ਕਿਹੜਾ ਗਾ? ਅਸੀਂ ਅਹਿਸਾਸ ਕਰ ਰਹੇ ਹਾਂ ਵੀ ਜੋ ਰਾਜੇ ਦਾ ਕਰਮ ਸੀ ਕੀਤਾ ਨਹੀਂ, ਜੋ ਪਾਤਸ਼ਾਹੀ ਮਿਲਣ ਤੋਂ ਬਾਅਦ ਕਰਮ ਵਿੱਚ ਜੁੜਨਾ ਸੀ ਉਹ ਕੀਤਾ ਨਹੀਂ, ਜੋ ਧਨ ਵਿੱਚ ਰਹਿੰਦਿਆਂ ਹੋਇਆਂ ਕਾਰਜ ਕਰਨੇ ਸੀ ਉਹ ਵੀ ਨਹੀਂ ਕੀਤੇ ਗਏ। ਹੁਣ ਧਨ ਤਾਂ ਦੁਨੀਆ ਕੋਲੇ ਬਹੁਤ ਆ, ਧਨ ਦੀ ਗੱਲ ਕੀਤੀ ਹੈ ਨਾ, ਪਰ ਧਨ ਦੇ ਨਾਲ ਉਹ ਕਾਰਜ ਨਹੀਂ ਸਵਾਰੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਜੋਬਨ। ਜੋਬਨ ਤੋਂ ਭਾਵ ਹੈ ਜਵਾਨੀ। ਨਾਮੈ ਬਿਨ ਬਾਦ। ਹੁਣ ਪਾਤਸ਼ਾਹ ਜੀ ਕਹਿੰਦੇ ਨਾ, ਜਿੰਨੀਆਂ ਮੈਂ ਚੀਜ਼ਾਂ ਗਿਣ ਦਿੱਤੀਆਂ, ਹੁਣ ਕੱਲੀ ਕੱਲੀ ਵਸਤੂ ਨੂੰ ਆਪਾਂ ਗਿਣ ਲਓ। ਰਾਜ, ਮਿਲਖ, ਧਨ, ਜੋਬਨ। ਹੁਣ ਗੁਰੂ ਸਾਹਿਬ ਨੇ 4 ਪਦਾਰਥਾਂ ਦਾ, ਦੁਨੀਆ ਦਿਆਂ ਦਾ ਇੱਥੇ ਜ਼ਿਕਰ ਕੀਤਾ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਗਿਆਨ ਤੋਂ ਬਿਨਾਂ ਇਹ 4 ਹੀ ਬੇਕਾਰ ਨੇ। ਤੇ ਜੇ ਵੇਖਿਆ ਜਾਵੇ ਚਾਰਾਂ ਦੇ ਵਿੱਚ ਤਾਕਤ ਆ ਜਿਹੜੀ ਬਹੁਤ ਵੱਡੀ ਆ। ਚਾਰਾਂ ਵਿੱਚ ਤਾਕਤ ਆ ਜਿਹੜੀ ਉਹ ਬਹੁਤ ਵੱਡੀ ਆ, ਪਰ ਚਾਰਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਇੱਕ ਵੀ ਸੁਧਰਿਆ ਨਹੀਂ। ਜਵਾਨੀ ਲੇਖੇ 'ਚ ਨਹੀਂ ਲੱਗੀ। ਬਸ ਸੰਖੇਪ ਹੀ ਵਿਚਾਰ ਕਰ ਲਓ ਆਪਾਂ। ਲਾਸਟ ਤੇ ਜਵਾਨੀ ਦੀ ਗੱਲ ਕੀਤੀ ਨੇ, ਤੇ ਹੁਣ ਸਾਡੀ ਜਵਾਨੀ ਹੈ ਜਿਹੜੀ ਉਹ ਕਿੱਧਰ ਜਾ ਰਹੀ ਆ ਇਹ ਤੁਸੀਂ ਖੁਦ ਨਿਗਾਹ ਮਾਰ ਸਕਦੇ ਹੋ। ਸਰੀਰ ਦੇ ਵਿੱਚ ਤਾਕਤ ਆ ਨਾ, ਬੜਾ ਜੋਸ਼ ਆ, ਪਰ ਹੋਸ਼ ਨਹੀਂ ਹੈ। ਬਿਰਲਿਆਂ ਨੂੰ ਛੱਡ ਕੇ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਜੋਸ਼ ਬਹੁਤ ਆ, ਪਰ ਹੋਸ਼ ਨਹੀਂ ਹੈ। ਤੇ ਜਵਾਨੀ ਹੋਸ਼ ਤੋਂ ਬਿਨਾ ਕਿਸੇ ਕੰਮ ਦੀ ਨਹੀਂ ਹੈ। ਹੋਸ਼ ਤੋਂ ਬਿਨਾ ਕਿਸੇ ਕੰਮ ਦੀ ਨਹੀਂ ਹੈ। ਜੋਸ਼ ਬਹੁਤ ਆ। ਜੋਸ਼ ਵਿੱਚ ਆ ਕੇ ਕਤਲ ਵੀ ਹੁੰਦੇ ਆ। ਜੋਸ਼ ਵਿੱਚ ਆ ਕੇ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਧਨ ਦੌਲਤ ਲੁੱਟੇ ਜਾਂਦੇ ਨੇ, ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ, ਬੁਰੇ ਕੰਮ ਹੁੰਦੇ ਨੇ। ਇਹ ਸਭ ਜੋਸ਼ ਵਿੱਚ ਹੀ ਆ, ਪਰ ਹੋਸ਼ ਨਹੀਂ ਹੈ। ਜਵਾਨੀ ਨੂੰ ਲੇਖੇ 'ਚ ਨਹੀਂ ਪਾਇਆ।
ਸਮਝ ਗਏ ਨਾ ਇਸ਼ਾਰਾ। ਜਵਾਨੀ ਨੂੰ ਲੇਖੇ ਵਿੱਚ ਕਹਿ ਲੋ ਉਹ ਪਰਮਾਤਮਾ ਦੀ ਨਿਗਾਹ ਵਿੱਚ ਕਬੂਲ ਨਹੀਂ ਕਰਵਾ ਸਕੇ। ਤੇ ਹੁਣ ਇਸ ਗੱਲ ਨੂੰ ਆਪਾਂ ਥੋੜਾ ਜਿਹਾ ਅੱਜ ਦੇ ਅਜੋਕੇ ਵਕਤ ਵਿੱਚ ਗੁਜ਼ਰਦਿਆਂ ਹੋਇਆਂ ਕੰਪੈਰੀਜ਼ਨ ਕਰਕੇ ਵੇਖਣਾ ਵੀ ਕੀ ਸੱਚ ਆ ਗੁਰੂ ਦੀ ਗੱਲ ਇਹ? ਹਾਂ ਬਿਲਕੁਲ ਸੱਚ ਆ। ਕਦੇ ਪਿਛੋਕੜ ਪੜ੍ਹ ਕੇ ਵੇਖੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਵਾਨੀ। ਪਰ ਕਮਜ਼ੋਰੀ ਇਹ ਆ ਵੀ ਅਸੀਂ ਤਾਂ ਤਕਰੀਬਨ ਗੁਰੂ ਨਾਨਕ ਸਾਹਿਬ ਦੀ ਫੋਟੋ ਵੱਲ ਵੇਖੀ ਜਾਂਦੇ ਆ, ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਚਿੱਟੇ ਦਾੜੇ ਵਾਲੀ ਆ। ਤੇ ਚਿੱਟਾ ਦਾੜਾ ਕਿਸ ਚੀਜ਼ ਦਾ ਪ੍ਰਤੀਕ ਹੈਗਾ? ਬੁਢੇਪੇ ਦਾ। ਤੇ ਸਾਨੂੰ ਤਾਂ ਇਉਂ ਲੱਗਦਾ ਵੀ ਗੁਰੂ ਨਾਨਕ ਸਾਹਿਬ ਇਹੋ ਜਿਹੀ ਚਿੱਟੀ ਦਾੜੀ ਮੁਤਾਬਕ ਹੀ ਉਹਨਾਂ ਨੇ ਜਨਮ ਲੈਤਾ, ਤੇ ਇਵੇਂ ਜਿਵੇਂ ਚਿੱਟੇ ਦਾੜੇ 'ਚ ਉਹ ਚਲੇ ਗਏ। ਅਸੀਂ ਕਦੇ ਮਹਿਸੂਸ ਨਹੀਂ ਕੀਤਾ ਵੀ ਜਵਾਨੀ ਬਾਬੇ ਨਾਨਕ ਤੇ ਵੀ ਸੀ। ਜਿਹੜੀ ਜਵਾਨੀ ਸਾਡੇ ਤੇ ਆਉਂਦੀ ਆ ਨਾ, ਜਾਂ ਲੰਘ ਚੁੱਕੀ ਆ ਜਾਂ ਆਵੇਗੀ, ਜਾਂ ਅਸੀਂ ਜਵਾਨ ਹਾਂ, ਗੌਰ ਕਰਕੇ ਵੇਖਿਓ ਇਹ ਜਵਾਨੀ ਦੀ ਅਵਸਥਾ ਗੁਰੂ ਨਾਨਕ ਸਾਹਿਬ ਤੇ ਵੀ ਸੀ। ਹੋਰ ਚਲੋ ਅੱਗੇ ਆਪਾਂ, ਇਹ ਜਵਾਨੀ ਤਾਂ ਬਾਬਾ ਮਰਦਾਨਾ ਜੀ ਤੇ ਵੀ ਆਈ ਆ ਜਵਾਨੀ। ਤੇ ਪਾਤਸ਼ਾਹ ਨੇ ਬਾਣੀ 'ਚ ਵੀ ਲਿਖਿਆ ਨਾ, ਧਨ ਜੋਬਨ ਦੋਏ ਬੈਰੀ ਹੋਏ। ਪਾਤਸ਼ਾਹ ਜੀ ਕਹਿੰਦੇ ਜੇ ਗਿਆਨ ਤੋਂ ਹੀਣੀ ਜਵਾਨੀ ਆ ਨਾ, ਨਾਮ ਤੋਂ ਹੀਣੀ ਜਵਾਨੀ ਆ, ਤਾਂ ਇਹ ਭਾਈ ਸਾਡੀ ਜ਼ਿੰਦਗੀ ਦੇ ਲਈ ਸਭ ਤੋਂ ਵੱਡੀ ਮੁਸ਼ਕਲ ਆ। ਇਉਂ ਕਹਿ ਲਓ ਸਾਡਾ ਸਭ ਤੋਂ ਵੱਡਾ ਦੁਸ਼ਮਣ ਆ ਸਾਡਾ ਹੀ ਜੀਵਨ, ਜੇ ਪਰਮੇਸ਼ਰ ਪਰਮਾਤਮਾ ਨਾਲ ਨਹੀਂ ਜੁੜਿਆਗਾ। ਇੱਕ ਨਹੀਂ, ਜਵਾਨੀ ਦੀਆਂ ਬੜੀਆਂ ਮੇਰੇ ਮਾਲਕ ਨੇ ਉਦਾਹਰਨਾਂ ਦਿੱਤੀਆਂ ਨੇ। ਕਹਿਣ ਤੋਂ ਮੁਰਾਦ ਦਸ਼ਮੇਸ਼ ਪਿਤਾ ਦੇ ਸਰੀਰ ਤੇ ਵੀ ਜਵਾਨੀ ਆਈ। ਜਵਾਨੀ ਆਈ ਹੈ ਨਾ, ਪਰ ਕਦੇ ਜਵਾਨੀ ਤੋਂ ਗਲਤ ਕੰਮ ਨਹੀਂ ਲਿਆ। ਜਵਾਨੀ ਨੂੰ ਐਵੇਂ ਬਿਨਾਂ ਵਜ੍ਹਾ ਤੋਂ ਰੋੜਿਆ ਨਹੀਂ ਗਿਆ। ਜਿਵੇਂ ਅੱਜ ਜਵਾਨੀ ਅਵਸਥਾ ਬਿਨਾਂ ਗੱਲ ਤੋਂ, ਬਿਨਾਂ ਵਜ੍ਹਾ ਤੋਂ, ਇਉਂ ਕਹਿ ਲਵੋ ਵੀ ਕੂੜ ਦੇ ਵਿੱਚ ਸੁੱਟੀ ਬੈਠੇ ਆਪਾਂ, ਕੂੜੇ ਦੀ ਢੇਰੀ 'ਚ ਮਲਾਈ ਬੈਠੇ। ਸੱਚ ਹੈ ਇਹ। ਘਰ ਦੀਆਂ ਜੋ ਵੀ ਕਰਮ ਨੇ, ਕਿਰਤ ਹੈ, ਕਿਰਿਆਵਾਂ ਨੇ, ਉਹ ਸਾਨੂੰ ਪਸੰਦ ਨਹੀਂ। ਤੇ ਜਵਾਨੀ ਕਿੱਧਰ ਚਲੀ ਜਾ ਰਹੀ ਆ? ਰਾਹ ਛੱਡ ਕੇ ਕੁਰਾਹ ਪੈ ਗਈ ਜਵਾਨੀ। ਤਾਈਓ ਗੁਰੂ ਸਾਹਿਬ ਨੇ ਕਿਹਾ ਨਾਮ ਤੋਂ ਬਿਨਾਂ ਭਾਈ ਇਹ ਗਲਤ ਆ। ਬਸ ਇੰਨੀ ਕਾਫੀ ਹੈ। ਵੈਸੇ ਤੁਸੀਂ ਜਵਾਨਾਂ ਬਾਰੇ ਸਾਰਾ ਜਾਣਦੇ ਹੋ, ਪਰ ਕਰਨਾ ਕੀ ਸੀ? ਜਵਾਨੀ ਨੂੰ ਸਾਂਭਣਾ ਸੀ। ਬਾਬਾ ਫਰੀਦ ਸਾਹਿਬ ਨੇ ਵੀ ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ। ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਜਵਾਨੀ ਦੇ ਵਿੱਚ ਨਾ ਤੂੰ ਰੱਬ ਨਾਲ ਜੁੜਨਾ ਸੀ, ਕੰਮ ਤਾਂ ਕਰਨਾ ਸੀ ਜਵਾਨੀ 'ਚ। ਬੁੱਢਾ ਹੋਇਆ ਤਾਂ ਹਰੇਕ ਹੀ ਕਹਿੰਦਾ ਮੇਰੇ ਵਰਗਾ ਤਾਂ ਸਿਆਣੀ ਕੋਈ ਨਹੀਂ, ਮੈਂ ਹੀ ਬਸ ਸਿਆਣਾ ਜੰਮਿਆ, ਮੇਰੀ ਮਾਂ ਨੇ ਹੋਰ ਨਹੀਂ ਕੋਈ ਜੰਮਿਆਗਾ। ਆਹ ਦੇਖ ਲਓ ਭਾਈ, ਦਾੜੀ ਚਿੱਟੀ ਐਵੇਂ ਨਹੀਂ ਹੋ ਗਈ। ਮੰਨਣਾ ਪਊ ਵੀ ਸਾਨੂੰ ਤਾਂ ਇਉਂ ਲੱਗਦਾ ਵੀ ਐਵੇਂ ਹੀ ਹੋ ਗਈ ਇਹ। ਤੂੰ ਤਾਂ ਕਹਿੰਦਾ ਨਾ ਵੀ ਐਵੇਂ ਨਹੀਂ ਹੋਈ, ਐਵੇਂ ਹੀ ਹੋ ਗਈ ਭਾਈ ਦਾੜੀ ਚਿੱਟੀ। ਇਹ ਜਵਾਨੀ ਸਾਂਭੀ। ਕਹਿਣ ਤੋਂ ਭਾਵ ਚਾਹੇ ਉਹ ਜਵਾਨੀ ਸਾਡੀ ਬੱਚੀਆਂ ਦੀ ਆ, ਤੇ ਚਾਹੇ ਉਹ ਸਾਡੀ ਜਵਾਨੀ ਬੱਚਿਆਂ ਦੀ ਆ, ਪਰ ਬਾਬੇ ਨਾਨਕ ਦੇ ਉਪਦੇਸ਼ ਮੁਤਾਬਕ ਕੰਪੈਰੀਜ਼ਨ ਕਰਕੇ, ਤੋਲ ਕੇ, ਨਾਪ ਕੇ ਜਦੋਂ ਵੇਖਾਂਗੇ, ਅੱਜ ਦੀ ਜਵਾਨੀ ਰਾਹ ਛੱਡ ਕੇ ਕੁਰਾਹ ਪੈ ਗਈ। ਉਹ ਆਪਾਂ ਗੱਲ ਪਹਿਲਾਂ ਕਰ ਲਈ, ਘਰ ਦੀਆਂ ਕਿਰਿਆਵਾਂ, ਗੁਰੂ ਨਾਨਕ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦੀ ਆਵਾਜ਼, ਸ਼ਬਦ, ਬੋਲੀ, ਸੇਵਾ, ਇਹ ਚੰਗੀ ਨਹੀਂ ਲੱਗਦੀ। ਹਾਂ ਜਿੱਥੇ ਚਲੋ ਗੱਲ ਸੇਵਾ ਦੀ ਵੀ ਆਉਂਦੀ ਹੈ ਨਾ, ਤੇ ਜਵਾਨੀ ਉੱਥੇ ਵੀ ਗਲਤ ਕੰਮ ਕਰ ਜਾਂਦੀ ਆ। ਮਾਫ ਕਰਨਾ, ਇਹ ਦੁਖਾਂਤ ਆ ਅੱਜ ਦਾ ਦੁਖਾਂਤ ਆ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਵਾਨੀ ਵੇਖੀਏ ਆਪਾਂ, ਗੁਰੂ ਨਾਨਕ ਸਾਹਿਬ ਦੀ ਜਵਾਨੀ ਵੇਖੀਏ, ਬਾਬਾ ਬਚਿੱਤਰ ਸਿੰਘ, ਬਾਬਾ ਉਦੈ ਸਿੰਘ, ਭਾਈ ਜੀਵਨ ਸਿੰਘ ਵਰਗਿਆਂ ਦੀ ਜਵਾਨੀ ਵੇਖੀਏ, ਕਦੇ ਵੇਖੀਏ। ਗੱਲ ਜਵਾਨੀ ਤੇ ਚੱਲੀ ਹੈ ਨਾ, ਕਦੇ ਵੇਖੀਏ। ਜਵਾਨੀ ਵੇਖਣੀ ਹੈ ਨਾ, ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦੀ ਜਵਾਨੀ ਵੇਖੀਏ। ਮੈਨੂੰ ਇਉਂ ਲੱਗਦਾ ਵੀ ਅੱਜ ਦੇ ਸਮੇਂ 'ਚ ਅੱਜ ਦੇ ਨੌਜਵਾਨਾਂ ਨੂੰ ਗਾਈਡ ਕਰਨ ਦੇ ਲਈ ਨਾ, ਉਹਨਾਂ ਨੂੰ ਸਾਡਾ ਇਤਿਹਾਸ ਪੜ੍ਹਾਉਣਾ ਜਾਂ ਸੁਣਾਉਣਾ ਅਤੀ ਜ਼ਰੂਰੀ ਆ।
ਅਤੇ ਜ਼ਰੂਰੀ ਹੈ ਨਾ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦਾ ਜੀਵਨ ਪੜਾਉਣਾ ਜਾਂ ਪੜ੍ਹਨਾ, ਤੇ ਉਹਨਾਂ ਸਰਦਾਰਾਂ ਦੇ ਜੀਵਨ ਨੂੰ ਇੱਕ ਇੱਕ ਦੋ ਦੋ ਪੇਪਰਾਂ ਦੇ ਵਿੱਚ ਸੰਖੇਪ ਤੌਰ ਤੇ ਲਿਖ ਕੇ ਜ਼ੁਬਾਨਾਂ 'ਚ, ਗਰਾਊਂਡਾਂ 'ਚ, ਜਿੰਮਾਂ 'ਚ ਵੰਡਣਾ ਵੀ ਚਾਹੀਦਾ, ਬਣਨਾ ਚਾਹੀਦਾ ਨਾ। ਅੱਜ ਜਵਾਨੀ ਕਿਹਦੇ ਪਿੱਛੇ ਪਈ ਆ? ਵੱਡੇ ਵੱਡੇ ਬਾਡੀ ਬਿਲਡਰਾਂ ਪਿੱਛੇ ਪਈ ਵੀ ਆ। ਘਰਾਂ 'ਚ ਵੀ ਫੋਟੋ ਉਹਨਾਂ ਦੀ ਵੀ ਲੱਗੀ ਆ। ਆਪਣੇ ਡੌਲੇ ਆਪ ਹੀ ਵੇਖ ਕੇ ਆਪ ਹੀ ਹੰਕਾਰ ਕਰੀ ਜਾਂਦਾ, ਕਹਿੰਦਾ ਮੇਰੇ ਵਰਗਾ ਕੌਣ ਹੈਗਾ। ਡੌਲੇ ਵੇਖਣੇ ਨੇ, ਆਪਣੀ ਜਵਾਨੀ ਵੇਖਣੀ ਆ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਫਿਰ ਉਹ ਚੋਬਰਾਂ ਨੂੰ, ਉਹਨਾਂ ਜਵਾਨਾਂ ਨੂੰ, ਉਹਨਾਂ ਯੋਧਿਆਂ ਨੂੰ ਵੇਖ ਜਿਨ੍ਹਾਂ ਨੇ ਕੁਛ ਧਰਤੀ ਤੇ ਕੀਤਾ। ਜਵਾਨੀ ਵੇਖਣੀ ਆ ਨਾ। ਜਵਾਨੀ ਤਾਂ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਵੀ ਆਈ ਆ। ਚਲੋ ਇੱਕ ਨਹੀਂ ਅਨੇਕ ਨਹੀਂ, ਭਾਵੇਂ ਸੈਂਕੜਿਆਂ ਦੇ ਨਾਮ ਗਿਣ ਲਓ, ਸਾਡਾ ਇਤਿਹਾਸ ਭਰਿਆ ਪਿਆ ਹੈਗਾ। ਮੇਰੀਆਂ ਮਾਵਾਂ ਸਤਿਕਾਰਯੋਗ ਬੈਠੀਆਂ, ਮੇਰੇ ਵੀਰ ਭਰਾ ਸਾਰੀ ਆਪਾਂ ਸੁਣ ਰਹੇ ਹਾਂ। ਕਦੇ ਗੌਰ ਕਰਕੇ ਵੇਖਿਓ, ਮਹਿਸੂਸ ਕਰਕੇ ਵੇਖਿਓ, ਆਪਣੇ ਅੰਦਰ ਹਿਰਦੇ ਦੇ ਵਿੱਚ ਨਾ ਲਾ ਕੇ ਵੇਖਿਓ। ਜਿਵੇਂ ਆਪਾਂ ਆਪਣੀ ਭਾਸ਼ਾ 'ਚ ਗੱਲ ਕਹਿੰਦੇ ਵੀ ਗੱਲ ਲਾ ਕੇ ਵੇਖ। 17-18 ਸਾਲ ਦੀ ਉਮਰ ਜਵਾਨੀ ਦੀ ਹੁੰਦੀ, ਚੜ੍ਹਦੀ ਜਵਾਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਚੜ੍ਹਦੀ ਜਵਾਨੀ ਚਮਕੌਰ ਦੇ ਜੰਗ ਵਿੱਚ, ਚਮਕੌਰ ਦੇ ਜੰਗ ਵਿੱਚ, ਮੈਦਾਨੇ ਜੰਗ ਦੇ ਵਿੱਚ ਨਾ ਜੂਝ ਰਹੀ ਆ। ਸੋਚ ਕੇ ਦੇਖੋ, ਆ ਜਵਾਨੀ ਹੈਗੀ। ਜੇ ਮੇਰੀਆਂ ਭੈਣਾਂ ਨੇ ਵੇਖਣੀ ਹੈ ਨਾ ਜਵਾਨੀ, ਤਾਂ ਜਵਾਨੀ ਵੇਖੋ। ਸਮਾਂ ਬੇਸ਼ੱਕ ਰਾਤ ਦਾ, ਠੰਡ ਆ, ਪੋਹ ਮਾਘ ਦੇ ਦਿਨ ਨੇ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ ਕੁਛ। ਜੇ ਜਵਾਨੀ ਵੇਖਣੀ ਆ ਤਾਂ ਇੱਕ ਕੁਆਰੀ ਧੀ, ਜਿਹੜੀ ਅਜੇ ਤੱਕ ਵਿਆਹੀ ਵੀ ਨਹੀਂ, ਕੁਆਰੀ ਧੀ ਆ, ਬੀਬੀ ਹਰਸ਼ਰਨ ਕੌਰ। ਚਲੋ ਉਸ ਭੈਣ ਦਾ ਨਾਮ ਕੱਲਾ ਸ਼ਰਨ ਕੌਰ ਵੀ ਆਇਆ। ਇੱਥੇ ਅਸੀਂ ਦੁਬਿਧਾ ਵਿੱਚ ਨਹੀਂ ਪੈਣਾ ਵੀ ਹਰਸ਼ਰਨ ਕਹੀਏ ਜਾਂ ਸ਼ਰਨ ਕਹੀਏ। ਪਿੰਡ ਹਰ ਰਾਏਪੁਰ ਚਮਕੌਰ ਸਾਹਿਬ ਦੇ ਨਾਲ ਆ। ਕਦੇ ਜਾ ਕੇ ਵੇਖਿਓ ਵੀ ਤੇ ਇਤਿਹਾਸ ਨੂੰ ਪੜ੍ਹਿਓ ਵੀ। ਜੇ ਜਵਾਨੀ ਵੇਖਣੀ ਹੈ ਨਾ ਤਾਂ ਸਾਡੀਆਂ ਧੀਆਂ ਬੀਬੀ ਹਰਸ਼ਰਨ ਕੌਰ ਦੀ ਜਵਾਨੀ ਵੇਖਣ। ਅੱਜ ਦੀ ਧੀ ਮਾਪਿਆਂ ਨੂੰ ਧੋਖਾ ਦੇ ਕੇ, ਗੱਲ ਜਵਾਨੀ ਤੇ ਚੱਲੀ ਆ, ਭਾਵ ਅੱਜ ਦੀ ਧੀ ਜਾਂ ਪੁੱਤ ਮਾਪਿਆਂ ਨੂੰ ਧੋਖਾ ਦੇ ਕੇ ਰਾਤਾਂ ਨੂੰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਹੈਗਾ। ਹਕੀਕਤ ਆ ਇਹ। ਚਲੋ ਮੈਂ ਬਹੁਤਾ ਦੂਰ ਨਹੀਂ ਜਾਂਦਾ, ਤੁਹਾਡੇ ਪਿੰਡ ਦੀ ਕਈ ਕੇਸ ਨੇ ਜਿਹੜੇ ਰਾਤਾਂ ਨੂੰ ਗਲਤ ਥਾਵਾਂ ਤੇ ਗਏ ਨੌਜਵਾਨ ਦੁਬਾਰਾ ਘਰ ਵਾਪਸ ਪਰਤੇ ਨਹੀਂ। ਤੇ ਕਿੱਥੇ ਗਏ ਨੇ? ਸਿਵਿਆਂ 'ਚ ਹੀ ਗਏ ਨੇਗੇ। ਇਹ ਅੱਜ ਦੀ ਜਵਾਨੀ ਦੇ ਹਾਲਾਤ ਨੇ। ਭਾਵ ਕਿਉਂ ਕੀ ਗੱਲ ਕਹੀਏ ਆਪਾਂ, ਮੰਦੜੇ ਹਾਲ ਨੇਗੇ, ਮਨੁੱਖ ਦੇ ਜੀਵਨ ਦੇ ਬਰਬਾਦੀ ਦੇ ਲੱਛਣ ਨੇਗੇ। ਤੇ ਗੁਰੂ ਸਾਹਿਬ ਨੇ ਕਿਹਾ ਇਹ ਜਵਾਨੀ ਨੂੰ ਨਾ ਪਰਮੇਸ਼ਰ ਨਾਲ ਜੋੜ, ਰੱਬ ਨਾਲ ਜੋੜ, ਪਰਮਾਤਮਾ ਨਾਲ ਜੋੜ। ਬਾਬਾ ਫਰੀਦ ਸਾਹਿਬ ਦਾ ਬਚਨ ਕਦੇ ਵੀ ਨਾ ਭੁੱਲਿਓ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਾਲੀ ਦਾੜੀ ਜਵਾਨੀ ਦਾ ਪ੍ਰਤੀਕ ਆ ਨਾ, ਤੇ ਕਾਲੀ ਦਾੜੀ ਵਿੱਚ ਹੀ ਰੱਬ ਨੂੰ ਚੇਤੇ ਕਰਿਆ ਕਰ। ਬੁੱਢਾ ਹੋਇਆ ਤਾਂ ਚੇਤੇ ਕਰ, ਨਾ ਕਰ, ਉਹ ਤਾਂ ਉਮਰ ਲੰਘ ਗਈ ਭਾਈ। ਉਹ ਤਾਂ ਰਿਜੈਕਟਾਂ ਦੇ ਵਿੱਚ ਆ ਗਿਆ ਨਾ ਵੀ ਚਲੋ ਕੋਈ ਨਾ, ਕਰਨਾ ਕਰ ਲਓ, ਨਹੀਂ ਕਰਨਾ ਨਾ ਕਰੋ। ਸਕੂਲ ਦੇ ਵਿੱਚ, ਕਾਲਜ ਵਿੱਚ, ਯੂਨੀਵਰਸਿਟੀ ਵਿੱਚ ਬੁੱਢਿਆਂ ਨੂੰ ਤਾਂ ਨਹੀਂ ਕਿਹਾ ਜਾਂਦਾ ਵੀ ਬਾਬਾ ਤੁਸੀਂ ਵੀ ਹਾਜ਼ਰੀ ਲਵਾ ਜਾਓ, ਘੰਟਾ 2 ਘੰਟੇ ਪੜ੍ਹ ਜਾਓ। ਨਹੀਂ, ਕਿਹਾ ਨਹੀਂ ਜਾਂਦਾ। ਸਤਿਕਾਰ ਦਿੱਤਾ ਜਾਂਦਾ ਵੀ ਆਓ ਬੈਠੋ, ਕੁਰਸੀ ਤੇ ਬੈਠੋ, ਤੁਸੀਂ ਕੁਰਸੀ ਤੇ ਬੈਠੋ, ਆ ਕੇ ਵੇਖੋ। ਪਰ ਉਸ ਟਾਈਮ ਤੇ ਜਿਹੜਾ ਬੰਦਾ ਇਦਾਂ ਦੇ ਬੋਲ ਸੁਣ ਰਿਹਾ ਨਾ ਵੀ ਆ ਕੇ ਬੈਠੋ, ਸੁਣੋ, ਦੇਖੋ, ਉਹ ਪਛਤਾਉਂਦਾ ਵੀ ਕਾਸ਼ ਕਦੇ ਮੈਂ ਵੀ ਇਹਨਾਂ ਬੱਚਿਆਂ ਵਾਂਗ ਕੁਝ ਪੜ੍ਹਿਆ ਹੁੰਦਾ। ਬਸ ਇਹੀ ਗੱਲ ਇੱਧਰ ਧਰਮ ਵਾਲੇ ਪਾਸੇ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਬੋਲਦੇ ਆ ਨਾ, ਪੜ੍ਹਦੇ ਨੇ ਜਾਂ ਪੜ੍ਹਾਉਂਦੇ ਨੇ, ਸੁਣਾਉਂਦੇ ਨੇ, ਉਦੋਂ ਸਾਡੇ ਦਿਮਾਗ ਵਿੱਚ ਵੀ ਇਦਾਂ ਦੇ ਖਿਆਲ ਬਣਦੇ ਵੀ ਕਾਸ਼ ਕਦੇ ਅਸੀਂ ਵੀ ਗੁਰੂ ਦੀ ਮੱਤ ਅਪਣਾਈ ਹੁੰਦੀ, ਉਹਨਾਂ ਬੀਬੀਆਂ ਵਾਂਗ, ਉਹਨਾਂ ਸਾਡੇ ਚੋਬਰਾਂ ਭਰਾਵਾਂ ਵਾਂਗ। ਇੱਕ ਮੈਂ ਵਿੱਚੋਂ ਦੀ ਦ੍ਰਿਸ਼ਟਾਂਤ ਦੇ ਦੇਵਾਂ, ਜੋ ਗੁਰੂ ਨੇ ਗੱਲ ਕਹੀ ਹੈ ਨਾ ਵੀ ਜਵਾਨੀ ਹੈ ਜਿਹੜੀ ਇਹ ਤੇਰੀ ਲੇਖੇ ਵਿੱਚ ਪੈਣੀ ਚਾਹੀਦੀ ਆ। ਤੁਸੀਂ ਕਈ ਵਾਰੀ ਸੁਣਿਆ ਹੋਵੇਗਾ, ਮੈਂ ਸੰਖੇਪ ਹੀ ਇੱਕ ਟੂਕ ਲੈਣੀ ਆ। ਕਦੇ ਵਕਤ ਸੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬ੍ਰਾਹਮਣ ਫਰਿਆਦ ਲੈ ਕੇ ਆਇਆ, ਬੇਨਤੀ ਲੈ ਕੇ ਆਇਆ, ਸੱਚੇ ਪਾਤਸ਼ਾਹ ਮੇਰੀ ਪਤਨੀ ਨੂੰ ਨਾ ਮੁਗਲ ਖੋਹ ਕੇ ਲੈ ਗਏ।
मेरे विच मुकाबला करन दी हिम्मत नहीं, छडवाउण दी हिम्मत नहीं। ते किरपा करो तुसी मेरी मदद करो। ते मदद करन दे लई बाबा जीवन सिंह जी, जिन्हों आपां बाबा जैता जी कहने आ, ते बाबा अजीत सिंह जी, दोवां जवानां दी, चोबरां दी 10वें पातशाह ने ड्यूटी लाई आ। जवानी किस राहे आ साडी, अज वो आपां दृष्टांत ले लिया भी किवें कंधां कोठे टपदे आ, कालियां रातां दे विच मापिआं नूं धीआं च ओह पुੱਤ धोखा दिंदे ने। जवानी नशिਆਂ ਦੇ ਵਿੱਚ गलतान हो चुकी आ। जवानी अज टीके ला ला के अपने आप नूं बर्बाद कर चुके ने। टीके ला ला के अपने आप नूं मर्दपुणे दे विचों खत्म कर चुके ने। सोच के देखो जवानी किस राहे पै गई। आउण वाला वक्त 20 सालां तक 10 सालां तक अजिहा आवेगा, साडे नौजवान परिवारां दे विच बच्चिआं दे विच बच्चे पैदा करन दी शक्ति खत्म होगी। बस बच्चे नहीं पैदा होणगे ते परिवार उजड़ जाणगे, ते उजड़े हुए परिवारां दी कोई कीमत नहीं हुंदी कि हुंदी है। सोच के वेखो, सब दा मिशन, चाहे मेरी धी है चाहे मेरा पोता, मेरा ध्यान मेरे दोतिआं ते मेरे पोतिआं ते हुंदा भी परिवार वधे ते वधण दी शक्ति ये चाहे अजमा के वेख लो। अज सच आ भी ये हकीकत च सारा कुछ बन चुकिया हैगा। साडियां नस्लां नूं विगाड़िया जा रहा। सोच के देखो, ये जवानी दे भाव लक्षण ने अज दे किहो जे हालात बन गए। चलो वाहिगुरू भला करे। ते बाबा अजीत सिंह ते बाबा जैता जी दी सेवा लाई आ भी छड़वा के घर पहुंचा देवो। उन्हां दोवां जणियां ने बच्ची नूं छड़वाया, घर भेज दिता ते आउण सार 10वें पातशाह ने पेपर पा दिता दोनों चोबरां ते, जवानां ते। उस बच्ची दी, उस भैन दी किन्नी उम्र सी जिन्हों तुसीं छुड़वा के घर भेज के आए हो, ते दोवां दा इक्को ही जवाब सी। ये पेपर दी कोई तैयारी नहीं कीती गई। कोई भी भाव पेपर देना पहलां तैयारी कीती जांदी आ, तैयारी कोई नहीं। जवाब की दिता सच्चे पातशाह, उम्र दा अंदाजा मूँह तो पता लगदा, मुखड़े तो पता लगदा, पर माफ करी असी मुखड़ा वेखिया नहीं वो भैन दा, असी वो भैन दा मूँह वेखिया नहीं है। जे मूँह नहीं वेखिया तां उम्र दा अंदाजा भी नहीं लग सकदा। आ जवानी आ जिहड़ी लेखे च पई आ, माफ करना, आ जवानी आ जिहड़ी लेखे च पई आ। ते हालात अज दे मेल के वेखो, बस इन्नी काफ़ी है। मैं बहुता दूसरे पासे नहीं जाना चाहुंदा गा। गल जवानी दी कीती, गल चार चीज़ां दी कीती, गल धन दी कीती आ। ते जवानी च धन किधर उड़िया जा रहा हैगा। किसी गरीब दी धी दा विआह ना साडे लई 5 7 10 20 रुपये 500 400 रुपया कढ़ना मुश्किल हो जाता है। इत्थे हुणी बेनती कर दो भी भाई फलाने की धी का विआह गा, भी आपां देना समान, दसो किन्ने किन्ने पैसे दे के जाओगे। चाहे जवानां नूं पुछ लो चाहे आपां नूं पुछ लो, कोई भी 5 पैसे कढ़ के राजी नहीं। ਜਿਹੜੀਆਂ ਟਾਰਾਂ ਨੇ ਉਹ ਅਸੀਂ ਵੱਡੀਆਂ ਵੱਡੀਆਂ ਮਾਰਾਂਗੇ, ਅਸੀਂ ਐਂ ਕਰ ਦਾਂਗੇ, ਜਾ ਕਰ ਦਾਂਗੇ, ਵਾਹ ਕਰ ਦਾਂਗੇ, ਕੁਛ ਨਹੀਂ ਹੈ। ਅੱਛਾ, ਜੇ ਗੱਲ ਆ ਜੇ ਉਹ ਪੈਸਾ ਲਾਉਣ ਦੀ ਨਸ਼ਿਆਂ ਤੇ ਨਸ਼ਿਆਂ ਤੇ ਕਿੰਨਾ ਪੈਸਾ ਰੁੜਦਾ, ਗੌਰ ਕਰਕੇ ਵੇਖੋ। ਅੱਜ ਚਿੱਟੇ ਦੇ ਭਾਵ ਸਾਰੇ ਸ਼ੌਕੀਨ ਆ ਨਾ, ਬਹੁਤ ਜ਼ਿਆਦਾ। ਸਾਡੇ ਘਰਾਂ ਦੇ ਵਿੱਚ ਚਿੱਟਾ ਵੜ ਚੁੱਕਿਆ ਗਾ। ਖੁਦ ਮਾਪੇ ਆਪ ਆਪਣੇ ਨੌਜਵਾਨਾਂ ਨੂੰ ਆਪਣੇ ਹੱਥੀਂ ਮਾਂ ਚੋਰੀਆਂ ਪਰਿਵਾਰ ਤੋਂ ਚਾਹੇ ਕੁਝ ਵੇਚੇ ਚਾਹੇ ਕੁਛ ਵੀ ਕਰੇ ਰੁਪਈਏ ਦੇ ਰਹੀ ਆ। ਕਾਸ਼ ਕਦੇ ਉਹ ਰੁਪਈਆਂ ਦੀ ਅਰਦਾਸ ਗੁਰੂ ਕੋਲੇ ਹੁੰਦੀ, ਪਾਤਸ਼ਾਹ ਜਿਹੜਾ ਮੇਰੇ ਘਰ ਵਿੱਚ ਧਨ ਆ ਨਾ, ਰੁਪਈਏ ਨੇ, ਇਹ ਤੇਰੇ ਲੇਖੇ ਵਿੱਚ ਪੈਣ, ਨਸ਼ਿਆਂ ਤੇ ਵਕਾਰਾਂ ਤੇ ਡਾਕਟਰਾਂ ਰਾਹੀਂ ਕਦੇ ਜਾਣ ਨਾ। ਤੇ ਗੁਰੂ ਮਦਦ ਜ਼ਰੂਰ ਕਰਦਾ, ਇਸੇ ਗੱਲ ਨਹੀਂ ਸੀ ਨਾ ਕਰਦਾ। ਉਹ ਪੈਸਾ ਨਾ ਤੁਹਾਡਾ ਫਿਰ ਚੰਗੇ ਕੰਮ ਤੇ ਲੱਗਣਾ ਸੀਗਾ, ਤੇ ਅੱਜ ਕਿੱਧਰ ਲੱਗ ਰਿਹਾ ਗਾ, ਸੋਚ ਕੇ ਦੇਖੋ। ਤੇ ਇੱਥੇ ਗੁਰੂ ਨੇ ਗੱਲ ਧਨ ਦੀ ਵੀ ਕੀਤੀ ਆ। ਇਹ ਅੰਗ ਨੰਬਰ ਤੁਸੀਂ ਨੋਟ ਕਰ ਲਿਓ, 809 ਨੰਬਰ ਆ, ਜਿੱਥੇ ਪਾਤਸ਼ਾਹ ਜੀ ਅੱਜ ਦਾ ਪਾਵਨ ਸ਼ਬਦ ਦੇ ਰਹੇ ਨੇਗੇ। ਫਿਰ ਗੱਲ ਪਾਤਸ਼ਾਹ ਨੇ ਕੀਤੀ ਹੈ ਕਿ ਮਿਲਖ ਦੀ, ਪਾਤਸ਼ਾਹੀਆਂ ਜਾਂ ਬਾਦਸ਼ਾਹੀਆਂ ਆਪਾਂ ਕਹਿ ਦਿੰਦੇ ਆ, ਤੇ ਅੱਜ ਦੇ ਬਾਦਸ਼ਾਹ ਵੀ ਵਿਗੜੇ ਹੋਏ ਨੇਗੇ। ਉਹ ਬਾਦਸ਼ਾਹ ਵੀ ਕਾਸ਼ ਜੇ ਰੱਬ ਨਾਲ ਜੁੜੇ ਹੁੰਦੇ। ਪਾਤਸ਼ਾਹ ਨੇ ਗੱਲ ਕੀਤੀ ਹੈ ਰਾਜ ਦੀ, ਤੇ ਅੱਜ ਸਾਡੇ ਸੰਸਾਰ ਦੇ ਵਿੱਚ ਸਹੀ ਢੰਗ ਨਾਲ, ਸੁਚੱਜੇ ਢੰਗ ਨਾਲ ਰਾਜ ਵੀ ਨਹੀਂ ਹੋ ਰਿਹਾ ਗਾ। ਉਹ ਸਾਰਾ ਤੁਹਾਨੂੰ ਪਤਾ, ਮੈਂ ਉਧਰ ਨਹੀਂ ਜਾਣਾ ਚਾਹੁੰਦਾ। ਚਲੋ, ਇੱਕੇ ਪੰਕਤੀ ਤੇ ਮੇਰੇ ਮਾਲਕ ਨੇ ਕਿੰਨਾ ਸਾਨੂੰ ਖੋਲ ਕੇ ਵਿਸਥਾਰ ਦੇ ਵਿੱਚ ਗਿਆਨ ਦਿੱਤਾ ਗਾ। ਰਾਜੇ, ਬਾਦਸ਼ਾਹ, ਪਾਤਸ਼ਾਹ, ਜਵਾਨੀ, ਧਨ, ਇਹ ਕਿਤੇ ਗੁਰੂ ਨਾਲ ਜੁੜਿਆ ਹੋਵੇ।
ਇਹ ਸਾਰੀਆਂ ਚੀਜ਼ਾਂ ਨਾ ਗੁਰੂ ਨਾਲ ਜੁੜ ਜਾਣ। ਮੇਲ ਆ ਇਹਨਾਂ ਦਾ, ਐਵੇਂ ਨਾ ਕੋਈ ਮੇਲ ਨਹੀਂ ਹੈਗਾ ਗਾ। ਇੱਕ ਪਾਸੇ ਹਰਮੰਦਰ ਸਾਹਿਬ ਆ ਨਾ, ਦੂਜੇ ਪਾਸੇ ਰਾਜ ਸਿੰਘਾਸਣ ਵੀ ਲਾਇਆ ਛੇਵੇਂ ਪਾਤਸ਼ਾਹ ਨੇ, ਤਖਤ ਲਾਇਆ ਨਾ। ਇੱਕ ਪਾਸੇ ਹਰਮੰਦਰ ਸਾਹਿਬ ਆ ਤੇ ਦੂਜੇ ਪਾਸੇ ਪਾਤਸ਼ਾਹ ਵੀ ਬੈਠਾ ਗਾ, ਪਾਤਸ਼ਾਹ ਵੀ ਬੈਠਾ ਗਾ। ਇੱਕ ਪਾਸੇ ਹਰਮੰਦਰ ਸਾਹਿਬ ਆ ਤੇ ਦੂਜੇ ਪਾਸੇ ਨਿਗਾਹ ਮਾਰ ਕੇ ਵੇਖੋ ਅਕਾਲ ਤਖਤ, ਜਿੱਥੋਂ ਹੁਕਮ ਸੁਣਾਇਆ ਜਾਂਦਾ ਗਾ। ਚੇਤਾ ਰੱਖਿਓ, ਇਹ ਗੱਲਾਂ ਸਾਨੂੰ ਧਿਆਨ 'ਚ ਰੱਖਣ ਯੋਗ ਨੇ। ਜਦੋਂ ਵੀ ਹਰਮੰਦਰ ਸਾਹਿਬ ਜਾਂਦੇ ਆ ਨਾ, ਇਹਨਾਂ ਗੱਲਾਂ ਨੂੰ ਨਿਰਖ ਕਰਕੇ ਵੇਖਿਆ ਕਰੋ। ਜਿਹੜਾ ਹੁਕਮ ਜਾਰੀ ਹੁੰਦਾ ਨਾ, ਉਹ ਤਖਤ ਤੋਂ ਹੁੰਦਾ ਗਾ, ਹਰਮੰਦਰ ਸਾਹਿਬ ਚੋਂ ਨਹੀਂ ਹੁੰਦਾ ਗਾ। ਤਖਤ ਤੋਂ ਹੁਕਮ ਜਾਰੀ ਹੁੰਦਾ ਗਾ, ਭਾਵ ਦੂਜੇ ਪਾਸੇ ਬਾਦਸ਼ਾਹ ਪਾਤਸ਼ਾਹ ਦੀ ਤਰ੍ਹਾਂ ਜੀਵਨ ਬਤੀਤ ਹੈ, ਇੱਕ ਪਾਸੇ ਭਗਤੀ ਆ। ਇੱਕ ਪਾਸੇ ਹੁਕਮ ਜਾਰੀ ਕੀਤਾ ਜਾਂਦਾ ਵੀ ਅੱਜ ਆਕਸੀਜਨ ਦੀ ਲੋੜ ਆ, ਅੱਜ ਲੰਗਰ ਦੀ ਲੋੜ ਆ, ਅੱਜ ਪੜ੍ਹਾਈ ਦੀ ਲੋੜ ਆ, ਅੱਜ ਆਹ ਚੀਜ਼ ਦੀ ਲੋੜ ਆ। ਉਹ ਸਾਰਾ ਕਾਹਦੇ ਨਾਲ ਹੁੰਦਾ? ਪੈਸੇ ਨਾਲ। ਵੀ ਗੁਰੂ ਦੀ ਗੋਲਕ ਚੋਂ ਪੈਸਾ ਲਾਉਣ ਦੇ ਲਈ ਹੁਕਮ ਤਖਤ ਤੋਂ ਜਾਰੀ ਹੁੰਦਾ ਗਾ, ਤੇ ਉਹ ਪੈਸਾ ਸੋਹਣੇ ਢੰਗ ਨਾਲ ਵਰਤਣ ਦਾ ਤਰੀਕਾ ਸਾਨੂੰ ਆ ਜਾਵੇ। ਤੇ ਅਗਲੀ ਗੱਲ, ਇੱਕ ਪਾਸੇ ਹਰਮੰਦਰ ਸਾਹਿਬ ਆ, ਹਰਮੰਦਰ ਸਾਹਿਬ ਦੇ ਵਿੱਚੋਂ ਆਵਾਜ਼ ਨਹੀਂ ਆਈ ਵੀ ਜਵਾਨੀ ਚਾਹੀਦੀ ਆ। ਤੇ ਜੇ ਜਵਾਨੀ ਦੀ ਮੰਗ ਕੀਤੀ ਹੈ ਨਾ, ਤਾਂ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਤੇ ਖੜ ਕੇ ਕੀਤੀ ਹੈ, ਜਵਾਨੀ ਚਾਹੀਦੀ ਆ, ਭਾਵ ਨੌਜਵਾਨ ਚਾਹੀਦੀ ਆ। ਜਿਹਦੇ 2 ਪੁੱਤ ਨੇ, 1 ਪੁੱਤ ਗੁਰੂ ਨੂੰ ਦਿਓ। ਜਿਹਦੇ 4 ਨੇ, 2 ਗੁਰੂ ਨੂੰ ਦਿਓ। ਜਿਹਦੇ 6 ਨੇ, 3 ਗੁਰੂ ਨੂੰ ਪੁੱਤ ਦਿਓ। ਤੇ ਮਾਫ ਕਰਨਾ, ਇਹ ਸਾਡੇ ਗੁਰੂ ਦਾ ਸਿਧਾਂਤ ਆ। ਪਰ ਦੂਸਰਾ ਪੱਖ ਕੀ ਹੈ? ਤੇ ਹਰਮੰਦਰ ਸਾਹਿਬ ਦੇ ਵਿੱਚ ਕੀ ਹੈ? ਇੱਕ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਭਗਤੀ ਦਾ ਪ੍ਰਤੀਕ, ਨਿਮਰਤਾ ਦਾ ਪ੍ਰਤੀਕ ਆ। ਤੇ ਜਿਹੜੀਆਂ 4 ਚੀਜ਼ਾਂ ਦੀ ਗਿਣਤੀ ਕੀਤੀ ਹੈ ਨਾ, ਉਹ ਨੇ ਤਖਤ ਤੇ ਸਾਹਮਣੇ। ਤੇ ਤਖਤ ਤੇ ਜਿਹੜੀਆਂ 4 ਚੀਜ਼ਾਂ ਨੇ, ਉਹਨਾਂ 4 ਚੀਜ਼ਾਂ ਦੀ ਵਰਤੋਂ ਹਰਮੰਦਰ ਸਾਹਿਬ ਦੇ ਵਿੱਚੋਂ ਪੁੱਛ ਕੇ ਕਰਨੀ ਆ। ਗੱਲ ਆ ਗਈ। ਫਿਰ ਕਿਹਾ ਜਾਂਦਾ ਸਾਡੇ ਰਾਜੇ ਵੀ ਸਹੀ ਹੋਣਗੇ, ਬਾਦਸ਼ਾਹ ਪਾਤਸ਼ਾਹ ਵੀ ਸਹੀ ਹੋਣਗੇ, ਧਨ ਵੀ ਸਹੀ ਥਾਂ ਤੇ ਲੱਗੂਗਾ, ਤੇ ਜਵਾਨੀ ਸਹੀ ਥਾਂ ਤੇ ਵਰਤੀ ਜਾਊਗੀ। ਫਿਰ ਪਾਤਸ਼ਾਹ ਕਹਿੰਦੇ ਮੈਂ ਕਹਿ ਸਕਦਾ ਤੂੰ ਨਾਮ ਨਾਲ ਜੁੜ ਗਿਆ। ਉਹਦਾ ਨਾਮ ਨਾਲ ਜੁੜਨ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ। ਜੇ ਆਪਾਂ ਗੱਲ ਕਰੀਏ ਨਾ, ਅੱਜ ਤੋਂ 20 ਸਾਲ 50 ਸਾਲ ਪਿੱਛੇ ਦੀ, ਜਿੰਨਾ ਅੱਜ ਪਾਠ ਹੋ ਰਿਹਾ ਗਾ, ਜਿੰਨਾ ਅੱਜ ਸਹਿਜ ਪਾਠ ਹੋ ਰਿਹਾ ਗਾ, ਜਿੰਨਾ ਅੱਜ ਅਖੰਡ ਪਾਠ ਹੋ ਰਿਹਾ ਗਾ, ਜਿੰਨਾ ਅੱਜ ਸਿਮਰਨ ਹੋ ਰਿਹਾ ਗਾ, ਅੱਜ ਤੋਂ 20 30 50 ਸਾਲ ਪਿੱਛੇ ਹੁੰਦਾ ਨਹੀਂ ਸੀ। ਤੇ ਉਦੋਂ ਲੋਕ ਸੌਖੇ ਸੀ। ਅੱਜ ਜਿੰਨਾ ਪਾਠ ਭਜਨ ਵੱਧ, ਓਨੀ ਦੁਖੀ। ਇੱਥੇ ਸਵਾਲ ਉੱਠਦਾ, ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਵੀ ਕਿਉਂ? ਇਹਦਾ ਮਤਲਬ ਸਦਵਰਤੋਂ ਨਹੀਂ, ਦੁਰਵਰਤੋਂ ਆ। ਜਵਾਨੀ ਦੀ ਸਦਵਰਤੋਂ ਨਹੀਂ, ਦੁਰਵਰਤੋਂ ਆ। ਪੈਸੇ ਦੀ ਸਦਵਰਤੋਂ ਨਹੀਂ, ਦੁਰਵਰਤੋਂ ਆ। ਉਹ ਆਪਾਂ ਦ੍ਰਿਸ਼ਟਾਂਤ ਪਹਿਲਾਂ ਲੈ ਲਿਆ। ਚੰਗੇ ਕੰਮ ਲਈ 5 ਨਹੀਂ ਕੱਢਦੇ, ਤੇ ਮਾੜੇ ਕੰਮਾਂ ਲਈ ਸ਼ਰਾਬਾਂ ਲੈਣੀਆਂ ਹੋਣ ਨਾ, ਅਗਲੀ ਦਾ ਨਾਮ ਖਰਾਬ ਹੁੰਦਾ ਹੈਗਾ। ਤੇ ਹੁਣ ਮੂਹਰੇ ਵੋਟਾਂ ਆਉਣਗੀਆਂ, ਤੇ ਆਪ ਜੀ ਨੂੰ ਪਤਾ ਹੀ ਆ ਕਿਵੇਂ ਨਸ਼ਾ ਵਰਤਾਇਆ ਜਾਣਾ। ਅੱਜ ਵੀ ਬੜਾ ਹੀ ਹੈਗਾ। ਮਾਫ ਕਰਨਾ, ਜਵਾਨੀ ਤੇ ਪੈਸਾ ਕਿਵੇਂ ਬਰਬਾਦ ਕੀਤਾ ਜਾਂਦਾ, ਕਿਹਦੇ ਵੱਲੋਂ? ਬਾਦਸ਼ਾਹ ਵੱਲੋਂ, ਗਲਤ ਰਾਜਿਆਂ ਵੱਲੋਂ। 4 ਚੀਜ਼ਾਂ ਦਾ ਇੱਥੇ ਜ਼ਿਕਰ ਕੀਤਾ। ਮੇਰੀ ਇੱਕ ਵੀ ਗੱਲ ਨਹੀਂ, ਗੁਰੂ ਨਾਨਕ ਪਾਤਸ਼ਾਹ ਨੇ 5ਵੇਂ ਰੂਪ 'ਚ ਗੱਲਾਂ ਸਾਨੂੰ ਸੁਣਾਈਆਂ ਨੇ। ਚੰਗੀਆਂ ਲੱਗੀਆਂ ਅਪਣਾ ਲਿਓ, ਨਾ ਚੰਗੀਆਂ ਲੱਗੀਆਂ ਨਾ ਅਪਣਾਇਓ। ਤੇ ਫਿਰ ਆਪਣਾ ਸਵਾਲ ਉਹ ਵੀ, ਆਪਾਂ ਫਿਰ ਕਿਵੇਂ ਸੁਧਾਰ ਕਰ ਸਕਦੇ ਹਾਂ? ਸੁਧਾਰ ਆਪਣੇ ਆਪ ਤੋਂ ਹੋਣਾ। ਅਸੀਂ ਖੁਦ ਰਾਜੇ ਹਾਂ, ਖੁਦ ਪਾਤਸ਼ਾਹ, ਖੁਦ ਅਸੀਂ ਧਨ ਵਰਤਣ ਦਾ ਢੰਗ ਗੁਰੂ ਤੋਂ ਸਿੱਖਣਾ ਵੀ ਕਿਵੇਂ ਧਨ ਵਰਤੀਏ। ਤੇ ਖੁਦ ਅਸੀਂ ਆਪਣੇ ਜੀਵਨ 'ਚ ਜਵਾਨੀ ਨੂੰ ਕਿਵੇਂ ਚੰਗੇ ਰਾਹੇ ਲਾਈਏ। ਖੁਦ ਆਪਾਂ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰਨੀ ਆ, ਆਪਣੇ ਬੱਚਿਆਂ ਤੋਂ ਸ਼ੁਰੂਆਤ ਕਰਨੀ ਆ। ਆਪਣੇ ਬੱਚਿਆਂ ਦੀ ਬਾਂਹ ਗੁਰੂ ਨੂੰ ਫੜਾਉਣੀ ਆ ਆਪਾਂ। ਕਦੇ ਜੱਸਾ ਸਿੰਘ ਰਾਮਗੜੀਏ ਦੀ ਮਾਂ ਨੇ ਨਾ 4ਥੇ ਪਾਤਸ਼ਾਹ ਨੂੰ ਬਾਂਹ ਫੜਾਈ ਸੀ। ਤੇ ਦੇਖੋ ਕਿੱਡਾ ਵੱਡਾ ਯੋਧਾ ਹੋ ਨਿਬੜਿਆ, ਉਹ ਕਿੱਡਾ ਵੱਡਾ ਯੋਧਾ ਹੋ ਕੇ ਨਿਬੜਿਆ। ਤੇ ਅੱਜ ਕਿਹੜੀ ਭੈਣ ਆ ਜਿਹੜੀ ਭੈਣ ਦੇ ਮਨ 'ਚ ਭਾਵਨਾ ਹੋਵੇ ਮੈਂ ਆਪਣੇ ਪੁੱਤ ਨੂੰ ਦਰਬਾਰ ਸਾਹਿਬ ਨਾਲ ਲੈ ਕੇ ਜਾਣਾ? ਕਿਹੜਾ ਭਰਾ ਗਾ ਜਿਹੜਾ ਬਾਪ ਸੋਚੇ ਮੈਂ ਆਪਣੇ ਪੁੱਤ ਨੂੰ ਦਰਬਾਰ ਸਾਹਿਬ ਨਾਲ ਲੈ ਕੇ ਜਾਣਾ? ਤੇ ਜੱਸਾ ਸਿੰਘ ਰਾਮਗੜੀਏ ਦੀ ਭਾਵ ਮਾਂ ਨਾ ਰੋਜ਼ਾਨਾ ਹਰਮੰਦਰ ਸਾਹਿਬ ਦੇ ਵਿੱਚ ਆਪਣੇ ਪੁੱਤ ਨੂੰ ਨਾਲ ਲੈ ਕੇ ਜਾਂਦੀ ਆ। ਪੁੱਤ ਦਾ ਸੁਭਾਅ, ਬੱਚੇ ਦਾ ਸੁਭਾਅ ਭੱਜਣਾ, ਨੱਠਣਾ, ਚੌੜ ਕਰਨੀ। ਕਦੇ ਰਾਗੀ ਪੁੱਛਦਾ, ਕਹਿੰਦਾ ਮਾਂ ਮੇਰੀਏ, ਇਹ ਬੱਚਾ ਨਾ ਆਪ ਟਿਕਦਾ ਨਾ ਤੈਨੂੰ ਟਿਕਣ ਦਿੰਦਾ, ਇਹਨੂੰ ਨਾ ਲਿਆਇਆ ਕਰ, ਤੂੰ ਇਹਨੂੰ ਨਾ ਲਿਆਇਆ ਕਰ। ਤੇ ਜਵਾਬ ਪਤਾ ਕੀ ਸੀ? ਕਹਿੰਦੀ ਮੈਂ ਸੋਚਾਂਗੀ ਜੇ ਮੇਰੇ ਬੱਚੇ ਦੀ
ਉਂਗਲ ਮੇਰੇ ਹੱਥ ਚੋਂ ਨਿਕਲ ਗਈ ਨਾ, ਮੇਰੇ ਬੱਚੇ ਦੀ ਉਂਗਲ ਮੇਰੇ ਹੱਥ 'ਚ ਨਿਕਲ ਗਈ ਤੇ ਮੈਂ ਸੋਚਾਂਗੀ ਤੇ ਮੇਰੇ ਬੱਚੇ ਦੀ ਉਂਗਲ ਗੁਰੂ ਰਾਮਦਾਸ ਮਹਾਰਾਜ ਨੇ ਛੱਡਤੀ, ਮੈਂ ਆਹ ਸੋਚਾਂਗੀ, ਮੰਨਾਂਗੀ। ਤੇ ਸੱਚ ਜਾਣਿਓ, ਜੇ ਮਾਂ ਨੇ ਉਂਗਲ ਫੜੀ ਆ ਨਾ ਤੇ ਉਹ ਉਂਗਲ ਗੁਰੂ ਰਾਮਦਾਸ ਮਹਾਰਾਜ ਨੇ ਫੜੀ ਪਈ ਹੈਗੀ। ਤੇ ਅੱਜ ਕਿੰਨੀਆਂ ਕੁ ਮਾਵਾਂ ਦੀ, ਕਿੰਨੇ ਕੁ ਬਾਪਾਂ ਦੀ ਇਹ ਭਾਵਨਾ ਵੀ ਮੇਰਾ ਪੁੱਤ ਆ ਰਾਹੇ ਆਵੇ। ਹਾਂ, ਅੰਦਰੇ ਅੰਦਰ ਸੱਪ ਬਣ ਜਾਂਦੇ ਨੇ ਸਾਡੇ ਬੱਚੇ, ਕਿਵੇਂ ਅੱਜ ਕਤਲ ਹੋ ਰਹੇ ਨੇ, ਕਿਵੇਂ ਅੱਜ ਸਾਰਾ ਕੁਝ ਹੋ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ। 2 ਦਿਨਾਂ ਦੀ ਗੱਲ ਆ, ਕੋਈ ਬਹੁਤੀ ਲੰਬੀ ਚੌੜੀ ਨਹੀਂ। ਆਪਣੇ ਗੁਆਂਢੀਆਂ ਪਿੰਡਾਂ ਦੇ ਵਿੱਚ ਕਿਵੇਂ ਕਤਲ ਹੋਏ ਆ, ਆਪਣੇ ਬਿਲਕੁਲ 2 ਕਿਲੋਮੀਟਰ ਨਾਲ ਪਿੰਡ ਆ, ਉੱਥੇ ਕਿਵੇਂ ਟਰੱਕ ਡਰਾਈਵਰ ਘਿਰਿਆ ਗਿਆ, ਗੜਾਸੇ ਮਾਰੇ ਗਏ। ਕੋਈ ਸ਼ੁਕਰ ਆ ਦਾਤੇ ਦਾ, ਕੋਈ ਆ ਗਿਆ, ਉਹਦੀ ਜਾਨ ਬਚ ਗਈ, ਤੇ ਨਹੀਂ ਖਤਮ ਕਹਾਣੀ। ਕਿੱਦਾਂ ਦੇ ਹਾਲਾਤ ਬਣ ਗਏ, ਹਨਾ। ਚਲੋ ਆਪਾਂ 4 ਪੁਆਇੰਟਾਂ ਦੀ ਗੱਲ ਕੀਤੀ ਆ। ਫਿਰ ਪਾਤਸ਼ਾਹ ਕਹਿੰਦੇ ਇਹਨਾਂ ਦੀ ਸਦ ਵਰਤੋਂ ਤੈਨੂੰ ਗੁਰੂ ਨੇ ਸਿਖਾਉਣੀ ਆ ਭਾਈ, ਤੇ ਗੁਰੂ ਕੋਲੇ ਆਇਆ ਕਰ, ਗੁਰੂ ਕੋਲੋਂ ਦੂਰ ਨਾ ਜਾ। ਗੁਰੂ ਕੋਲੇ ਨਾ, ਮਾਫ ਕਰਨਾ ਮੈਂ ਜਿਹੜੀ ਗੱਲ ਕਹਿਣ ਲੱਗਿਆਗਾ, ਬੁਰਾ ਨਾ ਮਨਾਇਓ, ਗੁਰੂ ਕੋਲੇ ਬੁੜਿਆਂ ਦੀ ਲੋੜ ਨਹੀਂ, ਗੁਰੂ ਕੋਲੇ ਜਵਾਨਾਂ ਦੀ ਲੋੜ ਆ, ਠੀਕ ਹੈ ਨਾ। ਬੁੜੇ ਚਾਹੀਦੇ ਆ, ਪਰ ਕਾਪੀ ਪੈਨ ਲੈ ਕੇ ਖੜ ਜੋ। 60 ਸਾਲ ਤੋਂ ਉੱਪਰ ਦੀ ਉਮਰ ਦੇ ਇਧਰ ਨੂੰ ਆਉਂਦੇ ਨੇਗੇ, ਜ਼ਿਆਦਾ ਗਿਣਤੀ ਉਹਨਾਂ ਦੀ ਆ। ਭੋਗਾਂ ਤੇ ਦੇਖ ਲਓ, ਖੰਡ ਪਾਠ ਦੇ ਭੋਗਾਂ ਦੇਖ ਲਓ, ਹੁਣ ਦੇਖ ਲਓ, ਜ਼ਿਆਦਾ ਉਹ ਮਾਲ ਆਊਗਾ, ਮਾਫ ਕਰਨਾ, ਜਿਹੜਾ ਰਿਜੈਕਟ ਆ ਤੇ ਜਿਹੜਾ ਸਿਲੈਕਟ ਕਰਨਾ ਨਾ ਗੁਰੂ ਨੇ, ਉਹ ਉਹਨਾਂ ਚੋਂ ਕੋਈ ਨਹੀਂ ਆਉਂਦਾ। ਜਵਾਨ ਭੈਣਾਂ ਤੇ ਜਵਾਨ ਬੱਚੇ ਕਿੰਨੇ ਕੁ ਆਉਂਦੇ ਨੇ, ਸੋਚੋ ਮਾੜਾ ਜਿਹਾ, ਸੋਚਣ ਦਾ ਵਿਸ਼ਾ। ਆਪਾਂ ਪਹਿਲਾਂ ਉਦਾਹਰਨ ਲਈ ਤੇ ਸਕੂਲਾਂ ਕਾਲਜਾਂ ਵਿੱਚ ਬੱਚੇ ਤੇ ਜਵਾਨ ਹੀ ਜਾਂਦੇ ਨੇ, ਬੁੱਢਿਆਂ ਦਾ ਉੱਥੇ ਕੰਮ ਨਹੀਂ ਹੈ। ਚਲੋ ਇੱਥੇ ਵੀ ਚਾਹੀਦੇ ਆ ਬੁੱਢੇ, ਇਹ ਨਹੀਂ ਗੱਲ ਵੀ ਨਹੀਂ ਚਾਹੀਦੇ, ਚਾਹੀਦੇ ਨੇ, ਪਰ ਹਾਂ ਉਹ ਜ਼ਿਆਦਾ ਜਿਨ੍ਹਾਂ ਦੇ ਗੋਡੇ ਗਿੱਟੇ ਮੁੜਦੇ ਨਹੀਂ, ਢੂਈਆਂ ਦੁਖਦੀਆਂ ਨੇ, ਉਹਨਾਂ ਦੀ ਗਿਣਤੀ ਜ਼ਿਆਦਾ ਜ਼ਿਆਦਾ ਨਾ। ਤੇ ਇਹਨਾਂ ਨੂੰ ਤਾਂ ਗੁਰੂ ਸਾਹਿਬ ਨੇ, ਆਨੰਦਪੁਰ ਸਾਹਿਬ ਦਾ ਇਤਿਹਾਸ ਪੜ੍ਹ ਲਓ, 10ਵੇਂ ਪਾਤਸ਼ਾਹ ਨੇ ਰਿਜੈਕਟ ਕਰਤਾ ਸੀਗਾ। ਮੋਰਚਾਬੰਦੀ ਹੋਣ ਤੋਂ ਪਹਿਲਾਂ ਕੀ ਕਿਹਾ ਸੀ ਪਾਤਸ਼ਾਹ? ਕਹਿੰਦੇ ਬੁੱਢੇ ਚਲੇ ਜਾਣ ਭਾਈ, ਇਹ ਹੁਕਮ ਕੀਤਾ ਸੀ 10ਵੇਂ ਪਾਤਸ਼ਾਹ ਨੇ, ਬੁੱਢੇ ਚਲੇ ਜਾਣ। ਹਾਂ, ਜਿਸ ਬੁੱਢੇ ਦੇ ਵਿੱਚ ਜਵਾਨਾਂ ਵਰਗੀ ਭਾਵਨਾ, ਉਹ ਰਹਿ ਪੋ। ਉਹ ਬਾਬਾ ਦੀਪ ਸਿੰਘ ਵਰਗੇ ਆਪਾਂ ਨੂੰ ਪਤਾ ਫਿਰ ਖੰਡੇ ਖੜਕਾ ਕੇ ਗਏ ਨੇਗੇ, ਜਿਨ੍ਹਾਂ ਦੇ ਅੰਦਰ। ਹਾਂ, ਜੇ ਉਮਰ ਕਰਕੇ ਬੁੱਢਾ ਹੋਵੇ, ਦਲੀਲ ਮਾੜੀ ਹੋਵੇ, ਨਾ 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 ਦੇਖਿਓ ਕਿਤੇ ਆਹ ਕੰਮ ਕਰ ਲਓ, ਸੋਚ ਘਟੀਆ ਹੋਵੇ, ਫਿਰ ਇਹੋ ਜਿਹੇ ਬੁੱਢਿਆਂ ਤੋਂ ਕੀ ਕਰਾਉਣਾ। ਬੰਦਾ ਕਹਿੰਦਾ ਨਾ ਵੀ ਸਿਆਣਾ, ਚਲੋ ਰਾਏ ਲੈ ਲਓ, ਰਾਏ ਤਾਂ ਲੈ ਲਾਂਗੇ, ਰਾਏ ਕਿਹੋ ਜਿਹੀ ਆ, ਨਾ 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 ਦੇਖਿਓ ਕਿਤੇ ਇਦਾਂ ਕਰ ਲਓ, ਕੰਮ ਬੁਰਾ ਹਾਲ ਹੋ ਜੂ ਤੁਹਾਡਾ, ਉਹ ਉਹਨਾਂ ਤੋਂ ਕੀ ਕਰਾਉਣਾ। ਫਿਰ ਇੱਥੇ ਉਹ ਚਾਹੀਦੇ ਆ ਜਿਨ੍ਹਾਂ ਦੇ ਦਿਲ ਪਾਤਸ਼ਾਹ ਜੀ ਕਹਿੰਦੇ ਪ੍ਰਾਂਤਾਂ ਵਰਗੇ ਹੋਣ। ਚਲੋ ਮਾਫ ਕਰਨਾ, ਮੈਂ ਮੇਰੇ ਖਿਆਲ ਮੁਤਾਬਕ ਵੱਧ ਬੋਲ ਗਿਆ ਹੋਵਾਂਗਾ। ਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਆ, ਜਵਾਨੀ, ਧਨ, ਬਾਦਸ਼ਾਹ ਤੇ ਰਾਜ, ਇਹ ਚਾਰੇ ਚੀਜ਼ਾਂ ਨੂੰ ਸੰਭਾਲਣ ਦੀ ਅੱਜ ਲੋੜ ਹੈ। ਫਿਰ ਪਾਤਸ਼ਾਹ ਅੱਗੇ ਜ਼ਿਕਰ ਕਰਦੇ ਨੇ, ਆਹਾਂ ਬੁੱਧ ਪ੍ਰਵਾਦ ਨੀਤ, ਆਹਾਂ ਬੁੱਧ ਹੰਕਾਰ, ਪ੍ਰਵਾਦ ਤੋਂ ਭਾਵ ਪਰ ਬਾਦ ਗ੍ਰਹਿ ਪ੍ਰਾਏ ਘਰ, ਨੀਤ ਲੋਭ ਰਸਨਾ ਸਾਧ, ਲਪਟ ਕਪਟ ਗ੍ਰਹਿ ਬੇਧਿਆ, ਮਿਥਿਆ ਵਿਖਿਆਦ। ਸਾਡਾ ਜੀਵਨ ਐਸਾ ਬਣ ਚੁੱਕਿਆ ਹੈਗਾ, ਲਪਟ ਚੁੱਕੇ ਆ ਵਿਸ਼ੇ ਵਿਕਾਰਾਂ ਦੇ ਵਿੱਚ। ਰੂਪ ਧੂਪ ਸੁਗੰਧਤਾ ਕਾਪਰ ਪੁੰਗਾਤ, ਰੂਪ ਧੂਪ ਸੁਗੰਧਤਾ ਤੇਰੇ ਰੂਪ ਚੋਂ, ਤੇਰੀ ਜਵਾਨੀ ਚੋਂ, ਤੇਰੇ ਧਨ ਚੋਂ, ਤੇਰੀ ਬਾਦਸ਼ਾਹੀ ਤੇ ਤੇਰੀ ਪਾਤਸ਼ਾਹੀ ਚੋਂ, ਤੇਰੇ ਰਾਜ ਚੋਂ ਸੁਗੰਧੀ ਆਉਣੀ ਸੀ, ਉਹ ਖਤਮ ਹੋ ਗਈ ਸੁਗੰਧੀ। ਤੇ ਹੁਣ ਆਪਾਂ ਸੋਚਾਂਗੇ ਵੀ ਕਿਹੜੀ ਸੁਗੰਧੀ ਹੈ ਜਿਹੜੀ ਸਾਡੇ ਧਨ ਚੋਂ ਆਵੇਗੀ। ਗੁਰੂ ਪਾਤਸ਼ਾਹ ਕਹਿੰਦੇ ਇਦਾਂ ਨਹੀਂ ਵੀ ਨਾ ਆਵੇ, ਉਹ ਕਿਹੜੀ ਸੁਗੰਧੀ ਹੈ ਜਿਹੜੀ ਸਾਡੀ ਜਵਾਨੀ ਚੋਂ ਆਵੇ। ਉਹ ਸੁਗੰਧੀ ਜੋ ਅਸੀਂ ਸਲੂਨ ਤੇ ਜਾ ਕੇ ਲਵਾਉਨੇ ਆ, ਜੋ ਬਿਊਟੀ ਪਾਰਲਰਾਂ ਚ, ਨਾ ਉਹ ਸੁਗੰਧੀ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਉਹ ਸੁਗੰਧੀ ਆਵੇ ਜਿਹੜੀ ਸੁਗੰਧੀ ਉਹ ਵਾਹਿਗੁਰੂ ਨੇ ਤੈਨੂੰ ਜਨਮ ਤੋਂ ਪਹਿਲਾਂ ਬਖਸ਼ਿਸ਼ ਕਰ ਦਿੱਤੀ ਸੀ, ਗੁਣਾਂ ਦੀ ਸੁਗੰਧੀ, ਪਰਮੇਸ਼ਰ ਪਰਮਾਤਮਾ ਨਾਲ ਜੁੜ ਕੇ ਭਲੇ ਦੇ ਕਾਰਜ ਕਰਨ ਦੀ ਸੁਗੰਧੀ, ਉਹ ਤੇਰੇ ਜੀਵਨ ਚ ਆਵੇ। ਤੇ ਜਿਹੜੀ ਬਨੌਟੀ ਸੁਗੰਧੀ ਮਿਲੇਗਾ ਨਾ, ਫਿਰ ਪਾਤਸ਼ਾਹ ਨੇ ਅੱਗੇ ਕੀ ਲਿਖਿਆ? ਸੁਗੰਧਤਾ ਕਾਪਰ ਪੁਗਾਦ, ਭਾਵ ਇਹ ਸੁਗੰਧੀ ਫਿਰ ਤੇਰੀ ਦੁਰਗੰਧ ਵਿੱਚ ਬਦਲ ਜਾਵੇਗੀ, ਗੰਦਗੀ ਦੇ ਵਿੱਚ ਬਦਲ ਜਾਵੇਗੀ। ਮਿਲਤ ਸੰਗ ਪਾਪਿਸ਼ਟ, ਇੱਥੇ ਲਿਖਤਾ। ਫਿਰ ਤੂੰ ਇਹ ਸੁਗੰਧੀਆਂ ਮਲੇਗਾ ਨਾ ਬਾਹਰੀ ਤੌਰ ਤੇ, ਫਿਰ ਇਹ ਤਾਂ ਪਾਪ ਦੇ ਰੂਪ ਚ ਗੰਦਗੀ ਦਾ ਵਿਸ਼ਾ ਬਣ ਜਾਵੇਗਾ, ਪਾਪਿਸ਼ਟ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਤਨ ਹੋਏ ਦੁਰਗੰਧ, ਤਨ ਦੇ ਵਿੱਚੋਂ ਮੁਸ਼ਕ ਆਊ, ਬਦਬੂ ਆਊਗੀ। ਫਿਰ ਤਾਂ ਅਗਲਾ ਨੱਕ ਮੂੰਹ ਬੰਨ ਕੇ ਲੱਗੂਗਾ। ਕੂੜ ਖਿਲਰਿਆ ਹੋਵੇ ਨਾ, ਕੂੜਾ ਕਰਕਟ ਖਿਲਰਿਆ ਹੋਵੇ, ਬਹੁਤੀ ਦੂਰ ਨਾ ਜਾਓ, ਰਾਮਪਰੇ ਸਾਰੇ ਹੀ ਜਾਣੋ ਕਿਵੇਂ ਕੂੜ ਖਿਲਰਿਆ ਪਿਆ ਹੈਗਾ। ਹੜਤਾਲ ਆ ਚਾਹੇ ਕੁਛ ਵੀ ਆ, ਹਰੇਕ ਬੰਦਾ
ਨੱਕ ਬੰਨ੍ਹ ਕੇ ਲੰਘਦਾ ਵੀ ਕਿੰਨਾ ਗੰਦ ਖਿਲਰਿਆ ਪਿਆ ਹੈਗਾ। ਤੇ ਗੁਰੂ ਪਾਤਸ਼ਾਹ ਕਹਿੰਦੇ ਬਾਹਰ ਹੀ ਦਿਸ ਰਿਹਾ ਨਾ, ਅਸੀਂ ਕਵਾਂਗੇ ਹਾਂ ਅੰਦਰ ਦੇਖਿਆ ਕਦੇ, ਆਪਣੇ ਸਰੀਰ ਨਾਲ ਮਲਿਆ ਹੋਇਆ ਵੇਖਿਆ ਕਦੇ? ਇੱਥੇ ਆ ਕੇ ਕਹਾਂ ਨਾ, ਬਸ ਇਹੀ ਗੱਲ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਸੁਗੰਧੀ ਗੁਣਾਂ ਦੀ ਪੈਦਾ ਕਰ, ਔਗਣਾਂ ਦੀ ਦੁਰਗੰਧੀ ਨੂੰ ਖਤਮ ਕਰ ਦੇ। ਇਹ ਵਾਹਿਗੁਰੂ ਨੇ ਕਿਰਪਾ ਕਰਨੀ ਹੈ। ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ, ਇੱਕ ਵਾਰੀ ਆ ਵੇਲਾ ਪੰਜਵੇਂ ਪਾਤਸ਼ਾਹ ਖੁੰਝ ਗਿਆ, ਕਹਿੰਦੇ ਨਾ ਮੁੜ ਕੇ ਦੁਬਾਰਾ ਤੈਨੂੰ ਮਿਲਣਾ ਨਹੀਂ। ਅੱਜ ਦਾ ਹੁਕਮਨਾਮਾ ਸਾਹਿਬ ਇਸ ਵਿਸ਼ੇ ਨਾਲ ਸੰਬੰਧਿਤ ਹੈ। ਫਿਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ। ਪ੍ਰਭੂ ਦੀ ਬਖਸ਼ਿਸ਼ ਦੁਆਰਾ ਮੈਨੂੰ ਗੁਰੂ ਮਿਲ ਪਿਆ, ਸੂਖ ਸਹਿਜ ਨਾਨਕ ਆਨੰਦ। ਗੁਰੂ ਨੂੰ ਮਿਲ ਕਰਕੇ ਮੇਰੇ ਜੀਵਨ 'ਚ ਸੁੱਖ ਵੀ ਆਵੜਿਆ ਤੇ ਸੁਗੰਧੀ ਵੀ ਆਵੜੀ। ਫਿਰ ਕਹਿੰਦੇ ਨੇ ਤਾਂ ਕਹਿ ਪੂਰਨ ਨਾਦ, ਮੇਰੇ ਅੰਦਰ ਪੂਰੇ ਗੁਰੂ ਨੇ ਨਾਦ ਵਜਾ ਦਿੱਤਾ। ਭੁੱਲਾਂ ਦੀ ਖਿਮਾ, ਬੋਲਦਿਆਂ ਤੋਂ ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।